ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚੁਣਨ ਦੇ ਲਈ ਹਰਿਆਣਾ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਨੂੰ ਸ਼੍ਰੋਮਣੀ ਕਮੇਟੀ ਨੇ ਮੁੱਢੋਂ ਰੱਦ ਕਰ ਦਿੱਤਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਨੋਟੀਫਿਕੇਸ਼ਨ ਰਾਹੀਂ ਗੁਰਦੁਆਰਿਆਂ ਦੇ ਪ੍ਰਬੰਧ ਬਾਰੇ ਆਪਣੀ ਮਨਸ਼ਾ ਸਪਸ਼ਟ ਕਰ ਦਿੱਤੀ ਹੈ। ਨੋਟੀਫਿਕੇਸ਼ਨ ਦੇ ਨਾਲ ਸ਼੍ਰੋਮਣੀ ਕਮੇਟੀ ਦਾ ਉਹ ਖਦਸ਼ਾ ਵੀ ਸੱਚ ਸਾਬਿਤ ਹੋਇਆ ਜਿਸ ਬਾਰੇ ਹਰਿਆਣਾ ਦੇ ਸਿੱਖਾਂ ਨੂੰ ਸੁਚੇਤ ਕੀਤਾ ਸੀ ਕਿ ਸਰਕਾਰਾਂ ਸਿੱਖ ਧਰਮ 'ਚ ਦਖਲ-ਅੰਦਾਜ਼ੀ ਕਰ ਰਹੀਆਂ ਨੇ ਅਤੇ ਗੁਰਧਾਮਾਂ ਦਾ ਪ੍ਰਬੰਧ ਆਪਣੇ ਹੱਥਾਂ ਦੇ ਵਿੱਚ ਲੈਣਾ ਚਾਹੁੰਦੀਆਂ ਨੇ। ਧਾਮੀ ਦੇ ਇਹਨਾਂ ਖਦਸ਼ਿਆਂ ਤੇ ਹਰਿਆਣਾ ਸਿੱਖ ਆਗੂਆਂ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇਹ 24 ਅਕਤੂਬਰ ਨੂੰ ਇੱਕ ਨੋਟੀਫਿਕੇਸ਼ਨ ਹੋਈ ਹਰਿਆਣਾ ਸਰਕਾਰ ਵੱਲੋਂ ਗਵਰਨਰ ਵੱਲੋਂ। ਇਹਦੇ ਵਿੱਚ ਜਿਹੜਾ ਅਸੀਂ ਖਾਦਸਾ ਜ਼ਾਹਰ ਕਰਦੇ ਸੀ ਕਿ ਸਰਕਾਰ ਸਿੱਧੀ ਦਖਲਅੰਦਾਜ਼ੀ ਕਰ ਦਊਗੀ, ਉਹ ਇਹਦੇ ਵਿੱਚੋਂ ਬਿਲਕੁਲ ਪ੍ਰਤੱਖ ਨਜ਼ਰ ਆਉਂਦੀ ਆ। ਇਹਦੇ ਵਿੱਚ ਕੀਤਾ ਕਿ ਉਹਨਾਂ ਨੇ ਕਿ all the 41 members so nominated by the government shall elect their presidents, senior presidents etc. ਜਿਹੜੇ ਉਹਨਾਂ ਨੇ ਇੱਕ ਵਿੱਚੋਂ ਰੱਖਿਆ। ਇਹ ਐਡਹੌਕ ਕਮੇਟੀ ਜਿਹੜੀ ਆ ਇਹ ਸਰਕਾਰ ਨੇ ਨੋਮੀਨੇਟ ਕਰਨੀ ਆ, ਨਾ ਕਿ ਉੱਥੇ ਦੀ ਸੰਗਤ ਨੇ ਨੋਮੀਨੇਟ ਕਰਨੀ ਆ। ਇਹਦੇ ਵਿੱਚ ਇੱਕ ਹੋਰ ਗਾਹਾਂ ਫਰਦਰ ਹੋਰ ਪ੍ਰੋਵੀਜ਼ਨ ਪਾਤਾ, ਇਟ ਵਿਲ ਐਗਜ਼ਿਸਟ ਫਾਰ 18 months। ਆਫਟਰ 18 months what will happen, provided further that if election under section 11 are not held within the period of 18 months, earlier ਜਿਹੜੇ 18 ਮਹੀਨੇ ਉਹਦੇ ਵਿੱਚ ਨਹੀਂ ਚੋਣ ਹੁੰਦੀ ਜਿਹੜੀ ਨੋਮੀਨੇਟ ਸਰਕਾਰ ਨੇ ਕਰਨੀ ਆ, ਫਿਰ ਇਹ ਨਿਊ ਐਡਹੌਕ ਕਮੇਟੀ shall be nominated by the government for a further period of 18 months। ਮੀਨਿੰਗ देयर ਬਾਈ ਕਿ 3 ਸਾਲ ਦੀ ਜਿਹੜੀ ਉਹਨੇ ਇਸ ਨੋਟੀਫਿਕੇਸ਼ਨ ਦੇ ਵਿੱਚ ਇਹ ਇੱਕ ਦੇ ਦਿੱਤੀ ਆ ਵੀ ਜਿਹੜੀ ਐਡਹॉक कमेटी वो सरकार बनाऊगी। ऐसा है जी, ये तो होता ही है। ये पहली बार नहीं हुआ। जब हुड्डा साहब ने कमेटी बनाई थी तो उन्होंने भी ऐसा ही किया था, मगर इस सरकार ने तो मुझे अभी तक पूछा नहीं। मगर उस सरकार हुड्डा साहब ने मेरे को बुला के कई घंटे तक मीटिंग की भी कौन से मेंबर पढ़ने चाहिए, कौन पढ़ने चाहिए। तो सरकारें ऐसा काम करती हैं कि उन्होंने अपने आदमी भी एडजस्ट करने होते हैं और संघर्षशील लोग भी एडजस्ट करने होते हैं। तो इसलिए मिलजुल कर वो कमेटी बनी थी। अब मुझे तो आज तक सरकार ने पूछा नहीं भी कौन मेंबर पाएंगे, कौन संघर्ष करते रहे, क्या किसका क्या करियर है। तो इसलिए ये तो सरकार ही इस बारे में विचार कर सकती, मैं तो कुछ कह नहीं सकता। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਹਰਿਆਣਾ ਦੇ ਸਿੱਖ ਆਗੂਆਂ ਬਲਜੀਤ ਸਿੰਘ ਦਾਦੂਵਾਲ, ਜਗਦੀਸ਼ ਸਿੰਘ ਚੀਂਡਾ, ਦਿਦਾਰ ਸਿੰਘ ਨਲਵੀ ਅਤੇ ਹੋਰਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਰਕਾਰ ਦੀ ਮਨਸ਼ਾ ਨੂੰ ਸਮਝਣ। ਉਹਨਾਂ ਹਰਿਆਣਾ ਦੇ ਸਿੱਖਾਂ ਨੂੰ ਮੁੜ ਪੇਸ਼ਕਸ਼ ਕੀਤੀ ਕਿ ਉਹ ਅਕਾਲ ਤਖਤ ਤੇ ਆਉਣ ਅਤੇ ਮਿਲ ਬੈਠ ਕੇ ਇਸ ਮਸਲੇ ਬਾਰੇ ਵਿਚਾਰ ਕੀਤਾ ਜਾਵੇ। ਧਾਮੀ ਦੀ ਅਪੀਲ ਤੇ ਜਵਾਬ ਹਰਿਆਣਾ ਸਿੱਖ ਲੀਡਰਾਂ ਨੇ ਵੀ ਦਿੱਤਾ ਹੈ ਕਿ ਇਹਦੇ ਵਿੱਚ पैरा नंबर 2 सबसैक्शन 2 ਦਾ पैरा नंबर 9 विच इज मोस्ट इंपॉर्टेंट, ਜਿਹੜਾ ਬਹੁਤ ਅਹਿਮ ਰੱਖਦਾ ਸਿੱਖਾਂ ਲਈ, ਕਦੇ ਵੀ ਸਿੱਖ ਬਰਦਾਸ਼ਤ ਨਹੀਂ ਕਰਦੇ। ਦ ਗਵਰਨਮੈਂਟ ਮੇ ਨੋਮੀਨੇਟ ਵਨ ਆਫ ਦਾ ਮੈਂਬਰਸ ਆਫ ਦਾ ਕਮੇਟੀ ਔਰ ਦਾ ਐਡਹੌਕ ਕਮੇਟੀ ਐਜ ਦਾ ਕੇਸ ਮੇ ਬੀ ਐਜ ਪੈਟਰਨ। ਹੁਣ ਸਿੱਖਾਂ ਦੇ ਵਿੱਚ ਪੈਟਰਨ ਕੇਵਲ ਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਸਾਡੀ ਸਰਪ੍ਰਸਤੀ ਕਰਦੇ ਆ, ਦੂਸਰੀ ਸਰਪ੍ਰਸਤੀ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਕਰਦੇ ਆ। ਮੈਂ ਨਿਮਰਤਾ ਸਹਿਤ ਦਾਦੂਵਾਲ ਸਾਹਿਬ, ਝਿੰਡਾ ਸਾਹਿਬ ਤੇ ਉਹਨਾਂ ਦੇ ਨਾਲ ਅਰੋੜਾ ਸਾਹਿਬ ਤੇ ਨਲਵੀ ਸਾਹਿਬ, ਉਹਨਾਂ ਨੂੰ ਬੇਨਤੀ ਕਰਦਾ, ਨੋਟੀਫਿਕੇਸ਼ਨ ਆ ਇਹ ਜੇ ਆਪਾਂ ਇਦਾਂ ਹੀ ਚਲਾਇਆ ਤੇ ਫਿਰ ਜਿੱਦਾਂ ਅੱਜ ਨੰਦੇੜ ਸਾਹਿਬ ਦਾ ਅਬਚਲ ਨਗਰ ਨੰਦੇੜ ਦਾ ਚੱਲਦਾ ਤਖਤ, ਐਵੇਂ ਤੁਹਾਡੀ ਕਮੇਟੀ ਵੀ ਚੱਲੂਗੀ। ਇਸ ਖਾਦਾ ਸਾਨੂੰ ਖਾਦਸਾ ਸੀ, ਉਹ ਖਾਦਸਾ ਅੱਜ ਸਾਨੂੰ ਪ੍ਰਤੱਖ ਨਜ਼ਰ ਆ ਰਿਹਾ। ਤੁਹਾਨੂੰ ਨਿਮਰਤਾ ਸਹਿਤ ਬੇਨਤੀ ਆ, ਡੁੱਲੇ ਬੇਰਾਂ ਦਾ ਹਾਲੇ ਵੀ ਕੁਝ ਨਹੀਂ ਵਿਗੜਿਆ। ਮੈਂ ਕੁਝ ਦਿਨ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਤੁਸੀਂ ਸ੍ਰੀ ਅਕਾਲ ਤਖਤ ਦੀ ਸ਼ਰਨ ਵਿੱਚ ਆਵੋ। ਜੇ ਆਪਾਂ ਸ਼ਰਨ ਅਕਾਲ ਤਖਤ ਦੀ ਆਵਾਂਗੇ ਸਾਰੇ ਮਸਲੇ ਹੱਲ ਹੋ ਜਾਣਗੇ, ਤੇ ਜੇ ਆਪਾਂ ਨਾ ਆਏ, ਕਿਤੇ ਚੂਕ ਕਰ ਗਏ, ਤਾਂ ਫਿਰ ਇਤਿਹਾਸ ਨੇ ਸਾਨੂੰ ਮਾਫ ਨਹੀਂ ਕਰਨਾ। ਨੋਟੀਫਿਕੇਸ਼ਨ ਤਾਂ ਹੋਣਾ ਸੀ ਜਦੋਂ ਪਿਛਲੀ ਕਮੇਟੀ ਡਿਸੋਲਵ ਕੀਤੀ ਕੈਬਨਿਟ ਵਿੱਚ, ਉਸ ਤੋਂ ਬਾਅਦ ਨੋਟੀਫਿਕੇਸ਼ਨ ਹੀ ਕਰਨਾ ਪੈਣਾ ਸੀ, ਇਹ ਜ਼ਰੂਰੀ ਸੀ, ਉਹ ਸਰਕਾਰ ਨੇ ਕੀਤਾ। ਪਰ ਨੋਟੀਫਿਕੇਸ਼ਨ ਦੇ ਵਿੱਚ ਇੱਕ ਬਹੁਤ ਹੀ ਅਹਿਮ ਗੱਲ ਸਰਕਾਰ ਨੇ ਫੈਸਲਾ ਲਿਆ
ਇਹਦੇ ਵਿੱਚ ਅਮੈਂਡਮੈਂਟ ਕਰਕੇ ਕਿ ਉਹਦੇ ਵਿੱਚ ਇੱਕ ਆਪਾਂ ਸਰਪ੍ਰਸਤ ਬਣਾਵਾਂਗੇ। 41 ਮੈਂਬਰੀ ਕਮੇਟੀ ਦਾ ਇੱਕ ਸਰਪ੍ਰਸਤ ਹੋਵੇਗਾ, ਜੋ ਕਿ ਅੱਜ ਤੱਕ ਧਾਰਮਿਕ ਸੰਸਥਾ ਦੇ ਵਿੱਚ, ਚਾਹੇ ਉਹ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਚਾਹੇ ਪਟਨਾ ਸਾਹਿਬ ਦਾ ਬੋਰਡ ਹੈ, ਚਾਹੇ ਕਿਤੇ ਦੂਜੇ ਹਜ਼ੂਰ ਸਾਹਿਬ ਦਾ ਬੋਰਡ ਹੈ, ਹੇਮਕੁੰਟ, ਅੱਜ ਤੱਕ ਸਰਪ੍ਰਸਤ ਤੇ ਹੋਇਆ ਹੀ ਨਹੀਂ ਧਰਮ ਦੇ ਵਿੱਚ। ਸਾਡੇ ਧਰਮ ਦੇ ਅਸੀਂ ਜਦੋਂ ਮੀਟਿੰਗ ਕਰਨੇ ਆ, ਸਰਪ੍ਰਸਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਰਪ੍ਰਸਤੀ ਹੇਠ ਹੁੰਦਾ ਹੈ। ਤੇ ਜੇ ਸਰਕਾਰ ਨੇ ਹੁਣ ਇੱਕ ਇਹੋ ਜਿਹਾ ਕਾਨੂੰਨ ਬਣਾ ਕੇ ਅਮੈਂਡਮੈਂਟ ਕਰ ਦਿੱਤੀ ਹੈ ਵੀ ਇਹਦਾ ਸਰਪ੍ਰਸਤ ਹੋਣਾ ਚਾਹੀਦਾ, ਇਹਦਾ ਮਤਲਬ ਇਹ ਸਰਪ੍ਰਸਤ ਇਨਸਾਨ ਨੂੰ ਮੰਨਿਆ ਜਾਏ ਜਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਿਆ ਜਾਏ। ਇਹਦਾ ਮਤਲਬ ਦੋ ਸਰਪ੍ਰਸਤ ਹੋ ਗਏ, ਪਰ ਗੁਰੂ ਦੀ ਬਰਾਬਰੀ, ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਤੇ ਕੋਈ ਸਿੱਖ ਕਰ ਹੀ ਨਹੀਂ ਸਕਦਾ। ਇਸ ਕਰਕੇ ਬੜਾ ਹੀ ਇਹ ਕੰਟਰੋਵਰਸੀ ਜਾਂ ਕੁਐਸਚਨ ਆ ਗਿਆ ਹੈ ਇਹਨਾਂ ਦੇ ਕਾਨੂੰਨ ਬਣਨਾ। ਮੈਂ ਉੱਥੇ ਇੱਕ ਸਰਕਾਰ ਨੂੰ ਰਾਏ ਦੇਣਾ ਚਾਹੁੰਦਾ, ਜੇ ਉਹਨਾਂ ਨੂੰ ਚੰਗੀ ਲੱਗੇ। ਇਸ ਤਰ੍ਹਾਂ ਜੀ ਸਰਪ੍ਰਸਤ ਤੁਸੀਂ ਪੈਟਰਨ ਸ਼ਬਦਾਂ ਸਰਪ੍ਰਸਤ ਨਹੀਂ ਲਿਖ ਸਕਦੇ। ਮੈਂ ਸਰਕਾਰ ਨੂੰ ਇੱਕ, ਜੇ ਤੁਸੀਂ ਇਹ ਕਾਨੂੰਨ ਬਣਾ ਹੀ ਦਿੱਤਾ ਹੈ ਤੇ ਤੁਸੀਂ ਚੇਅਰਮੈਨ ਲਾ ਸਕਦੇ ਹੋ। ਸਰਪ੍ਰਸਤ ਨਹੀਂ ਉਹਨੂੰ ਕਿਹਾ ਜਾਏਗਾ, ਪ੍ਰਧਾਨ ਤੋਂ ਵੱਡਾ ਚੇਅਰਮੈਨ ਹੁੰਦਾ ਹੈ, ਪ੍ਰੈਜ਼ੀਡੈਂਟ, ਉਹਦੇ ਉੱਤੇ ਚੇਅਰਮੈਨ, ਚੇਅਰਪਰਸਨ ਤੇ ਤੁਸੀਂ ਕੋਈ ਰੱਖ ਸਕਦੇ ਹੋ, ਚੇਅਰਮੈਨ ਤੇ ਲਗਾ ਸਕਦੇ ਹੋ, पर ਉਹਦਾ ਨਾਂ ਸਰਪ੍ਰਸਤ नहीं ਤੁਸੀਂ रख सकते। ये मेरी सरकार ਨੂੰ बेनती है। ऐसा जी, मुझे इस बात का पूर्ण अंदेशा है कि श्रोमणी गुरुद्वारा प्रबंधक कमेटी कभी भी नहीं ये चाहेगी कि हरियाणा सरकार एक पार्टी इसमें दखल अंदाजी करके, क्योंकि ये धार्मिक संस्था है, भी सरकार कमेटी ना गठित करे। ये कमेटी जो है अकाल तख्त साहब के जथेदार करें। ऐसा हो सकता है, मैं क्लियर नहीं कर रहा, मतलब ऐसी SGPC की मंशा जरूर होगी कि ये कमेटी जो है ये अकाल तख्त साहब के छत्र छाया में बनाई। दरअसल श्रोमणी कमेटी प्रधान हरजिंदर सिंह धामी मुताबक नोटिफिकेशन च स्पष्ट किया गया है कि हरियाणा कमेटी के मैंबर संगत वल्लों नहीं चुने जाणगे, सगों सरकार वल्लों नामजद किए जाणगे अते इन्हां दा सरप्रस्त भी सरकार वल्लों नामजद होवेगा। यह एडहॉक कमेटी 18 महीनों के लिए होवेगी। जेकर निर्धारित समय ते चोण नहीं हुंदी तां अगले 18 महीने के लिए मुड़ सरकार वल्लों ही कमेटी नामजद की जावेगी। एडहॉक कमेटी च 41 ਮੈਂਬਰ ਹੋਣਗੇ। ਇੰਜ 3 ਸਾਲਾਂ ਦੇ ਲਈ ਗੁਰਦੁਆਰਿਆਂ ਦਾ ਪ੍ਰਬੰਧ ਸਰਕਾਰ ਦੇ ਹੱਥ ਵਿੱਚ ਹੋਵੇਗਾ।